मैं हैरान हाँ कि ਜਦੋਂ ਰਿਸ਼ਤਾ ਕਰਨ ਜਾਂਦੇ ਆ ਤੇ ਉਦੋਂ ਪੁੱਛਦੇ ਵੀ ਨਹੀਂ ਸਾਨੂੰ ਨੌਕਰੀ ਵਾਲੀ ਕੁੜੀ ਨਹੀਂ ਚਾਹੀਦੀ। ਇਸਨੂੰ ਅਪਣਾਉਣ ਲਈ ਆਈ ਥਿੰਕ ਉਸ ਮੈਂਟਲ ਸਟੇਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ। ਤਾਨੀਆ ਮੈਮ ਜੀ, ਤੁਹਾਨੂੰ ਪੰਜਾਬ ਦੇ ਸਿਸਟਮ ਦਾ ਪਾਰਟ ਬਣਨ ਦਾ ਮੌਕਾ ਮਿਲੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵਿਮਨਸ ਵਾਸਤੇ ਚੇਂਜ ਕਰਨੀਆਂ ਚਾਹੋਗੇ? मैं एजुकेशन कंपलसरी कर दूंगी हर कुड़ी ਲਈ। रो के जाओ हंस के जाओ ਸਕੂਲ ਤਾਂ ਜਾਣਾ ਹੀ ਪੈਂਦਾ। ਸੋ ਦਿਸ ਇਜ਼ ਵੈਰੀ ਕੱਟ ਥਰੋਟ ਵਰਲਡ ਅੱਜ ਦਾ ਦਿਨ। ਤੁਸੀਂ ਇਹ ਅੱਖ ਕਮਾਈ ਨਹੀਂ ਤੁਹਾਡੀ ਗਿੱਚੀ ਕੱਟੀ ਜਾਏਗੀ। ਅਸੀਂ ਇੱਕ ਔਰਤ ਹੋ ਕੇ ਇੱਕ ਦੂਜੀ ਔਰਤ ਨੂੰ ਸਮਝਣ ਦੀ ਬਜਾਏ ਕਦੇ-ਕਦੇ ਉਹਦੇ ਅਗੇਂਸਟ ਕਿਉਂ ਖੜੇ ਹੋ ਜਾਂਦੇ ਹਾਂ? ਹਰ ਇੱਕ ਬੰਦਾ ਹਰ ਇੱਕ ਇਨਸਾਨ ਨੂੰ ਨਹੀਂ ਸਮਝ ਸਕਦਾ, ਹਰ ਇੱਕ ਔਰਤ ਨੂੰ ਨਹੀਂ ਸਮਝ ਸਕਦੀ। ਫਸਟ ਆਫ ਆਲ ਥੈਂਕ ਯੂ ਟੂ ਆਲ ਦ ਮੈਨ ਜੋ ਇਹ ਚੀਜ਼ ਨੂੰ ਸਮਝਦੇ ਨੇ। ਵਰਕਿੰਗ ਹਾਰਡ ਫॉर द ਸਰਵਾਈਵਲ ਇਜ਼ ਦੀ ਓਨਲੀ ਥਿੰਗ। ਭਾਵੇਂ ਉਹ ਜੰਗਲ ਹੋਵੇ ਤੇ ਭਾਵੇਂ ਆਪਣਾ ਰੈਜ਼ੀਡੈਂਸ਼ੀਅਲ ਏਰੀਆ, ਯੂ ਹੈਵ ਟੂ ਵਰਕ ਹਾਰਡ ਟੂ ਸਰਵਾਈਵ। ਇਟਸ ਨਾਟ ਕਿ ਬੰਦੇ ਜੈਲਸ ਨਹੀਂ ਕਰਦੇ। ਜੇ ਤੁਸੀਂ ਇਹ ਕਹੋਗੇ ਤਾਂ ਇਹ ਗਲਤ ਹੋਏਗਾ। ਬੰਦੇ ਬਹੁਤ ਜੈਲਸ ਕਰਦੇ, ਮੈਂ ਆਪ ਵੇਖੇ ਬੰਦੇ ਆਪਸ 'ਚ ਜੈਲਸ ਕਰਦੇ। ਮੈਂ ਕੁਰਸੀ ਦੀ ਬਹੁਤ ਉਡੀਕ ਕੀਤੀ ਹੈ, ਸੋ ਮੈਂ ਤਾਂ ਇਹਨੂੰ ਬਸ ਮੱਥਾ ਹੀ ਦੇਖਾਂਗੀ ਕਿ ਥੈਂਕ ਗੋਡ। ਮੇਰੀ ਜਰਨੀ ਤਾਂ ਬਹੁਤ ਹਾਰਡ ਰਹੀ ਹੈ। ਇਟ ਵਾਸ ਨੈਵਰ ਸਮੂਥ। ਤੁਸੀਂ ਵੇਖਿਆ ਹੀ ਹੈ, ਬਹੁਤ ਛੋਟੇ ਤੋਂ ਐਂਡ ਬਹੁਤ ਸਾਈਡ ਬਾਈ ਕਿਤੇ ਰੂਲ ਤੋਂ ਮੈਂ ਸਟਾਰਟ ਕੀਤਾ ਸੀ। ਐਂਡ ਇਟ ਟੁਕ ਮੀ ਸੋ ਮੈਨੀ ਇਅਰਸ ਟੂ ਬੀ ਵੇਅਰ ਆਈ ਐਮ ਟੁਡੇ। ਆਈ ਐਮ ਨਾਟ ਸੇਇੰਗ ਕਿ ਮੈਂ ਬਹੁਤ ਵੱਡੀ ਹੋ ਗਈ, ਬਟ ਮੈਂ ਜਿੱਥੇ ਵੀ ਹਾਂ ਇੱਥੋਂ ਤੱਕ ਆਉਣ ਲਈ ਵੀ ਬਹੁਤ ਸਫ਼ਰ ਤੈਅ ਕਰਨਾ ਪਿਆ। ਦੇਸੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਐਵੇਂ ਇੱਥੇ ਹੀ ਨਾ ਸੋਚੀ ਹਰ ਥਾਂ ਚੱਲਦਾ ਤੇਰੀ ਚੱਲਦੀ ਹੈ ਗੱਡੀ, ਸਾਡਾ ਨਾਂ ਚੱਲਦਾ, ਸਾਡਾ ਨਾਂ ਚੱਲਦਾ। ਛੋਟੀ ਤੇਰੀ ਸੋਚ ਹੈ, ਛੋਟੀ ਛੋਟੀ ਗੱਲਾਂ ਕਰੇ, ਤੇਰੀ ਸੋਚ ਤੋਂ ਤੇ ਤੇਰੇ ਤੋਂ ਉਤਾਂ ਚੱਲਦਾ, ਤੇਰੇ ਚੱਲਦੇ ਹੋ ਪੈਸੇ, ਸਾਡਾ ਨਾਂ ਚੱਲਦਾ। ਈਗੋ ਚਾਲਾਂ ਤੇ ਇਨਸਿਕਿਉਰਿਟੀ ਤੇਰੇ ਹਿੱਸੇ ਦੀਆਂ ਚੀਜ਼ਾਂ ਨੇ, ਸਾਡਾ ਕੰਮ ਇਹਨਾਂ ਚੀਜ਼ਾਂ ਤੋਂ ਪਰਾਂ ਚੱਲਦਾ। ਤੇਰੇ ਚੱਲਦੇ ਹੋ ਆਰਡਰ, ਸਾਡਾ ਨਾਂ ਚੱਲਦਾ, ਸਾਡਾ ਨਾਂ ਚੱਲਦਾ। ਬਟ ਜਿਨ੍ਹਾਂ ਦਾ ਚੱਲਦਾ ਮੇਰੇ ਨਾਲ ਮੌਜੂਦ ਨੇ ਰਾਜ ਸ਼ੋਕਰ ਤੇ ਤਾਨੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਬਹੁਤ ਅਕਾਲ ਹੀ ਜੀ। ਸੋਹਣਾ ਲਿਖਿਆ ਤੁਸੀਂ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਪਲੇਜ਼ੈਂਟ। ਸੋ ਸਭ ਤੋਂ ਪਹਿਲਾਂ ਟ੍ਰੇਲਰ ਦੀ ਗੱਲ ਕਰਦੇ ਹਾਂ। ਬਾ ਕਮਾਲ ਪਰਫਾਰਮੈਂਸ ਵੇਖਣ ਨੂੰ ਮਿਲ ਰਹੀਆਂ ਨੇ ਦੋਨਾਂ ਦੀਆਂ, ਬਹੁਤ ਸਟਰੋਂਗ। ਤੇ ਜਿਹੜੇ ਡਾਇਲੌਗਸ ਨੇ ਸਪੈਸ਼ਲੀ ਜਦੋਂ ਗੁੱਸੇ ਦੇ ਨਾਲ ਇੱਕ ਇਮੋਸ਼ਨ ਵੀ ਵੇਖਣ ਨੂੰ ਮਿਲਦੇ ਆ ਤੇ ਉਹ ਇੱਕ ਵੱਖਰੀ ਚੀਜ਼ ਆਉਂਦੀ ਆ। ਸੋ ਉਹ ਜਿਹੜੀ ਪਰਫਾਰਮੈਂਸ ਆ, ਉਸ ਕਰੈਕਟਰ ਨੂੰ ਅਪਣਾਉਣਾ ਕੀ ਐਕਸਪੀਰੀਅੰਸ ਸੀਗਾ ਤਾਂ ਕੀ ਸਪੈਸ਼ਲ ਕੀਤਾ ਉਸ ਕਰੈਕਟਰ ਲਈ? ਅੱਛਾ ਨਹੀਂ ਤੁਸੀਂ ਕਰੋ start। ਜੀ। ਆਈ ਮੀਨ ਕੈਰੈਕਟਰ ਸਾਰਿਆਂ ਦੇ ਬਹੁਤ ਡਿਫਿਕਲਟ ਸੀ। ਇੱਕ ਕੈਰੈਕਟਰ ਬਹੁਤ ਮੀਨਿੰਗਫੁਲ ਹੈ। ਇਹਦੇ ਵਿੱਚ ਹਰ ਇੱਕ ਐਕਟਰ ਨੇ ਆਪਣੀ ਬਾਕਮਾਲ ਅਦਾਕਾਰੀ ਦਿਖਾਈ ਹੈ ਇਸ ਫਿਲਮ ਦੇ ਵਿੱਚ। ਤੁਸੀਂ 5 ਮਿੰਟ ਵੀ ਕੋਈ ਐਕਟਰ ਸਕਰੀਨ 'ਤੇ ਆਉਂਦਾ ਹੈ ਤਾਂ ਉਹਨਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਹੈ। ਇਨ ਟਰਮਸ ਆਫ ਮੇਰਾ ਕੈਰੈਕਟਰ, ਕਰਮ ਦਾ ਕੈਰੈਕਟਰ, ਆਈ ਟਰਾਈ ਟੂ ਬੀ ਐਜ਼ ਰੀਅਲ ਐਜ਼ ਪੋਸੀਬਲ ਕਿ ਅਸੀਂ ਇੱਕ ਅਸਲੀ ਇਨਸਾਨ ਦਿਖਾ ਸਕੀਏ, ਨਾਟ ਲਾਰਜਰ ਦੈਨ ਲਾਈਫ, nobody glamorous, nothing like that. It's ਬਹੁਤ ਰੀਅਲ ਜਿਹਾ ਕੈਰੈਕਟਰ ਹੈ। ਘਰ ਦੀ ਕਹਾਣੀ ਜਿਹਨੂੰ ਕਹਿ ਸਕਦੇ ਹਾਂ, ਉਹਦੀ ਇਹੋ ਜਿਹੀ ਕਹਾਣੀ ਹੈ ਕਰਮ ਦੀ। ਸੋ ਇੱਕ ਇਸਨੂੰ ਅਪਣਾਉਣ ਲਈ ਆਈ ਥਿੰਕ ਉਸ ਮੈਂਟਲ ਸਟੇਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਸੀ। ਸੋ ਅਸੀਂ ਉਹਦੀ ਪੂਰੀ ਕੋਸ਼ਿਸ਼ ਕੀਤੀ ਹੈ। ਹੁਣ ਦੇਖੋ ਆਡੀਅנס ਕਿਵੇਂ ਇਹਨੂੰ ਉਲੀਕਦੀ ਹੈ। ਅੱਛਾ, ਜਦੋਂ ਅਸੀਂ ਫਿਲਮਸ ਦੇ ਬਾਰੇ ਗੱਲਬਾਤ ਕਰਦੇ ਹਾਂ, ਇੰਟਰਵਿਊਜ਼ ਕਰਦੇ ਹਾਂ, ਅਸੀਂ ਅਕਸਰ ਕੰਗ੍ਰੈਚੁਲੇਟ ਕਰਦੇ ਹਾਂ, ਆਲ ਦਾ ਬੈਸਟ ਕਰਦੇ ਹਾਂ। ਬਟ ਦਿਸ ਟਾਈਮ ਵੀ ਵੁੱਡ ਲਾਈਕ ਟੂ ਥੈਂਕਫੁਲ ਰਾਈਟ ਨਾ ਕਿ ਇੱਦਾਂ ਦਾ ਕਨਸੈਪਟ, ਇੱਦਾਂ ਦੇ ਕਨਸੈਪਟ 'ਤੇ ਕੰਮ ਕਰਨਾ। ਸੋ ਇਸ ਫਿਲਮ ਦੇ ਵਿੱਚ ਜਿਹੜੀ ਇੱਕ ਹੋਰ ਮੇਨ ਗੱਲ ਦੇਖਣ ਨੂੰ ਮਿਲ ਰਹੀ ਆ ਕਿ ਕੁੜੀਆਂ ਦੇ ਕੰਸੈਂਟ ਨੂੰ ਲੈ ਕੇ ਆਵਾਜ਼ ਚੁੱਕੀ ਗਈ। ਆਈ ਥਿੰਕ ਬਹੁਤ ਵਾਰ ਪਹਿਲਾਂ ਵੀ ਇਹ ਗੱਲ ਕਈ ਫਿਲਮਾਂ ਦੇ ਵਿੱਚ ਹੋਈ ਆ, ਬਾਲੀਵੁੱਡ ਦੀਆਂ ਫਿਲਮਾਂ 'ਚ, ਪੰਜਾਬੀ ਇੰਡਸਟਰੀ ਦੇ ਵਿੱਚ ਇਹ ਗੱਲ ਬਹੁਤ ਘੱਟ ਹੋਈ ਆ। ਸੋ ਸਪੈਸ਼ਲੀ ਇਸ ਚੀਜ਼ 'ਤੇ ਗੱਲਬਾਤ ਕਰਨਾ ਤੇ ਸਪੈਸ਼ਲੀ ਫॉर ਦ ਗਰਲਸ ਸਾਨੂੰ ਸਮਝਣਾ ਕਿ ਕਿੱਥੇ ਅਸੀਂ ਨੋ ਕਹਿ ਸਕਦੇ ਹਾਂ, ਸਾਡਾ ਰਾਈਟ ਹੈ। ਐਂਡ ਸਪੈਸ਼ਲੀ ਫॉर ਦ ਮੈਨ ਜਿਹੜੇ ਸਾਨੂੰ ਇਹ ਹੱਕ ਦਿੰਦੇ ਆ, ਉਹਨਾਂ ਵਾਸਤੇ ਤਾਨੀਆ ਤੁਹਾਡਾ ਕੀ ਕਹਿਣਾ? ਫਸਟ ਆਫ ਆਲ ਥੈਂਕ ਯੂ ਟੂ ਆਲ ਦ ਮੈਨ ਜੋ ਇਹ ਚੀਜ਼ ਨੂੰ ਸਮਝਦੇ ਨੇ ਕਿ ਸਾਡੇ ਉੱਤੇ ਹੱਕ ਹੈ ਐਂਡ ਸਾਡੀਆਂ ਵੀ ਕੁਝ ਚੋਇਸਿਸ ਨੇ। ਥੈਂਕ ਯੂ ਟੂ ਆਲ ਆਫ ਦੈਮ। ਸਾਰੇ ਬੰਦੇ ਮਾੜੇ ਨਹੀਂ ਹੁੰਦੇ, ਬਟ ਹਾਂ ਜਿੱਥੇ ਜਾ ਕੇ ਕਿਸੇ ਨੂੰ ਕਰੈਕਟ ਹੋਣ ਦੀ ਲੋੜ ਹੈ, ਉੱਥੇ ਕਰੈਕਟ ਹੋਣ ਦੀ ਲੋੜ ਵੀ ਹੈ। ਫਿਰ ਉਹਨੂੰ ਚਾਹੇ ਪਿਆਰ ਨਾਲ ਸਮਝਾਓ, ਜੇ ਨਹੀਂ ਸਮਝਦਾ ਤਾਂ ਝਿੜਕ ਕੇ, ਨਹੀਂ ਸਮਝਦਾ ਤਾਂ ਸਾਡੇ ਲਾਅ ਇੰਨੇ ਸਟਰੋਂਗ ਹੋਣੇ ਚਾਹੀਦੇ ਕਿਉਂਕਿ ਇਹ ਚੀਜ਼ ਸਭ ਨੂੰ ਸਮਝ ਆਉਣੀ ਬਹੁਤ ਜ਼ਰੂਰੀ ਹੈ ਦੈਟ ਹਰ ਬੰਦੇ ਦਾ ਆਪਣੇ ਸਰੀਰ 'ਤੇ ਪੂਰਾ ਹੱਕ ਹੈ ਐਂਡ ਆਪਣੀਆਂ ਚੋਇਸਿਸ ਇਕੱਲੇ ਸਰੀਰ 'ਤੇ ਨਹੀਂ, ਹਰ ਚੀਜ਼ 'ਤੇ ਦੇਰ ਆਰ ਚੋਇਸਿਸ। ਇਫ ਯੂ ਵਾਂਟ ਟੂ ਡੂ ਇਟ ਆਪਾਂ ਕਰਾਂਗੇ, ਇਫ ਯੂ ਡੋਂਟ ਵਾਂਟ ਟੂ ਡੂ ਇਟ ਬੀ ਐਨੀਥਿੰਗ, ਬੀ ਇਟ ਮਤਲਬ ਹਰ ਕੋਈ ਚੀਜ਼ ਲਾ ਲਓ ਤੁਸੀਂ। ਸੋ ਰਹੀ ਗੱਲ ਤੁਹਾਡੇ ਕੁਐਸਚਨ ਦੀ ਕਿ ਇਹ ਕਨਸੈਪਟ ਡਿਫਰੈਂਟ ਹੈ, ਜਿਨ੍ਹਾਂ ਨੇ ਬਣਾਇਆ ਕਨਸੈਪਟ ਉਹ ਵੀ ਤਾਂ ਬੰਦੇ ਹੀ ਨੇ,
ਜੀ ਪੰਕਜ ਬੱਤਰਾ ਜੀ, ਰਾਕੇਸ਼ ਧਵਨ ਜੀ, ਗਿੱਪੀ ਗਰੇਵਾਲ ਜੀ, ਦੇ ਆਲ ਟੁਗੇਦਰ ਉਹ ਇਸ ਸਪੋਰਟ ਚ ਆਏ ਨੇ ਟੂ ਮੇਕ ਦਿਸ ਵੰਡਰਫੁਲ ਪ੍ਰੋਜੈਕਟ। ਸੋ ਜੇ ਸੋਸਾਇਟੀ ਚ ਇਹ ਬੰਦੇ ਹੋ ਸਕਦੇ ਤਾਂ ਫਿਰ ਬਾਕੀ ਕਿਉਂ ਨਹੀਂ। ਬਿਲਕੁਲ। ਸੋ ਆਈ ਥਿੰਕ ਈਦਰ ਵੇ ਔਰ ਆਊਟ ਹਰ ਤਰੀਕੇ ਜੋ ਜਿੰਨਾ ਆਪਣਾ ਕੰਟਰੀਬਿਊਸ਼ਨ ਪਾ ਸਕੇ ਦੁਨੀਆ ਨੂੰ ਵਧੀਆ ਬਣਾਉਣ ਚ ਉਹਨੂੰ ਪਾਉਣਾ ਚਾਹੀਦਾ। ਰਾਜ ਮੈਮ, ਟ੍ਰੇਲਰ ਦੇ ਵਿੱਚ ਅਸੀਂ ਇੱਕ ਹੋਰ ਚੀਜ਼ ਦੇਖਦੇ ਹਾਂ ਜਦੋਂ ਸ਼ਵੇਤਾ ਮੈਮ ਤੁਹਾਡੇ ਅਗੇਂਸਟ ਖੜੇ ਹੋ ਜਾਂਦੇ ਆ ਸਭ ਦੇ। ਜਦੋਂ ਵਿਮਨ ਦੇ ਅਗੇਂਸਟ ਆਉਂਦੀ ਹੈ, ਸੁਸਾਇਟੀ ਇਸ ਚੀਜ਼ ਨੂੰ ਇੱਕ ਅਲੱਗ ਤਰੀਕੇ ਨਾਲ ਲੈਂਦੀ ਹੈ ਵੀ ਸ਼ਾਇਦ ਜਿਹੜੀ ਕੁੜੀ ਦੇ ਖਿਲਾਫ ਇੱਕ ਦੂਜੀ ਔਰਤ ਖੜੀ ਹੈ ਉਹ ਗਲਤ ਹੀ ਹੋਵੇਗੀ। ਲਾਈਕ ਔਰਤਾਂ ਦਾ ਕਿ ਇਸ ਚੀਜ਼ ਨੂੰ ਅਸੀਂ ਨੋਰਮਲਾਈਜ਼ ਕਿਉਂ ਨਹੀਂ ਕਰ ਸਕਦੇ? ਜੇ ਅਸੀਂ ਨੋਰਮਲਾਈਜ਼ ਨਹੀਂ ਕਰ ਸਕਦੇ ਵੀ ਵਿਮਨ, ਅਸੀਂ ਇੱਕ ਔਰਤ ਹੋ ਕੇ ਇੱਕ ਦੂਜੀ ਔਰਤ ਨੂੰ ਸਮਝਣ ਦੀ ਬਜਾਏ ਕਦੇ ਕਦੇ ਉਹਦੇ ਅਗੇਂਸਟ ਕਿਉਂ ਖੜੇ ਹੋ ਜਾਂਦੇ ਆ? ਹਰ ਇੱਕ ਬੰਦਾ ਹਰ ਇੱਕ ਇਨਸਾਨ ਨੂੰ ਨਹੀਂ ਸਮਝ ਸਕਦਾ, ਹਰ ਇੱਕ ਔਰਤ ਨੂੰ ਨਹੀਂ ਸਮਝ ਸਕਦੀ। ਇਹ ਆਪਣੀ ਬਹੁਤ ਵੱਖਰੀ ਸੋਚ ਹੋ ਸਕਦੀ ਹੈ, ਅਤੇ ਇਹੀ ਚੀਜ਼ ਅਸੀਂ ਮਿੱਤਰਾਂ ਦਾ ਨਾਂ ਚੱਲਦਾ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਦੀ ਕੋਈ ਮਜਬੂਰੀ ਹੋ ਸਕਦੀ ਹੈ ਤਾਂ ਸ਼ਾਇਦ ਉਹ ਸਮਝ ਨਾ ਪਾਉਣ। ਕਿਸੇ ਦਾ ਦੇਖਣ, ਕਿਸੇ ਦੀ ਸਿਚੁਏਸ਼ਨ ਨੂੰ ਦੇਖਣ ਦਾ ਨਜ਼ਰੀਆ ਬਹੁਤ ਵੱਖਰਾ ਹੋ ਸਕਦਾ ਹੈ, ਤਾਂ ਉਹ ਚੀਜ਼ ਨੂੰ ਆਪਾਂ ਨੂੰ ਸਮਝਣ ਦੀ ਲੋੜ ਹੈ। ਬਟ ਹਾਂ, ਇਹ ਚੀਜ਼ ਜ਼ਰੂਰ ਹੈ ਕਿ ਕਈ ਵਾਰ ਔਰਤਾਂ ਦੇ ਖਿਲਾਫ ਖੜੀਆਂ ਹੋ ਜਾਂਦੀਆਂ ਨੇ। ਇਹ ਚੀਜ਼ ਨਹੀਂ ਹੋਣੀ ਚਾਹੀਦੀ, ਪਰ ਫਿਰ ਬੰਦੇ ਵੀ ਬੰਦਿਆਂ ਨਾਲ ਲੜਦੇ ਰਹਿੰਦੇ ਨੇ। ਸੋ ਆਪਾਂ ਵੀਡੀਓਜ਼ ਕਿੰਨੀਆਂ ਵਾਇਰਲ ਹੁੰਦੀਆਂ ਨੇ ਇੱਕ ਦੂਜੇ ਨੂੰ ਥੱਪੜੋ ਥੱਪੜੀ ਹੋਏ। ਸੋ ਜੀ ਤਾਨੀਆ ਮੈਮ, ਅਸੀਂ ਅਕਸਰ ਵੇਖਦੇ ਹਾਂ ਵੈਨ ਇਟਸ ਮੈਨ ਵਰਸਸ ਮੈਨ ਇਟ ਇਜ਼ ਕੰਸਿਡਰਡ ਐਜ਼ ਕੰਪੀਟੀਟਿਵ ਸਪਿਰਿਟ, ਪਰ ਜਦੋਂ ਔਰਤ ਨਾਲ ਕੰਪੀਟੀਸ਼ਨ ਦੇਖਦੀ ਆ ਉਹਨੂੰ ਐਜ਼ ਅ ਜੈਲਸੀ ਕੰਸਿਡਰ ਕੀਤਾ ਜਾਂਦਾ ਆ। ਤੁਸੀਂ ਕਦੇ ਇਹ ਚੀਜ਼ ਅਬਜ਼ਰਵ ਕੀਤੀ ਹੈ? ਸੋ ਹਾਊ ਕੈਨ ਯੂ ਸੇ ਮੈਨ ਵਰਸਸ ਮੈਨ ਇਜ਼ ਕੰਪੀਟੀਸ਼ਨ ਓਨਲੀ? ਕੀ ਪਤਾ ਅਗਲੇ ਦੇ ਮਨ ਚ ਕੀ ਹੈ। ਸੋ ਹਾਊ ਕੈਨ ਵੀ ਸੇ ਦੈਟ ਵੂਮਨ ਵਰਸਸ ਵੂਮਨ ਇਜ਼ ਜੈਲਸੀ ਓਨਲੀ? ਕੀ ਪਤਾ ਉਹ ਵੀ ਕੰਪੀਟੀਸ਼ਨ ਦੀ ਭਾਵਨਾ ਚ ਹੋਏ। ਸੋ ਦਿਸ ਇਜ਼ ਵੈਰੀ ਕੱਟ ਥਰੋਟ ਵਰਲਡ ਅੱਜ ਦਾ ਦਿਨ। ਤੁਸੀਂ ਇਹ ਅੱਖ ਕਮਾਈ ਨਹੀਂ, ਤੁਹਾਡੀ ਗਿੱਚੀ ਕੱਟੀ ਜਾਏਗੀ। ਸੋ ਇਟਸ ਵਰਕਿੰਗ ਹਾਰਡ ਫॉर द ਸਰਵਾਈਵਲ ਇਜ਼ ਦੀ ਓਨਲੀ ਥਿੰਗ। ਭਾਵੇਂ ਉਹ ਜੰਗਲ ਹੋਵੇ ਤੇ ਭਾਵੇਂ ਆਪਣਾ ਰੈਜ਼ੀਡੈਂਸ਼ੀਅਲ ਏਰੀਆ, ਯੂ ਹੈਵ ਟੂ ਵਰਕ ਹਾਰਡ ਟੂ ਸਰਵਾਈਵ। ਐਂਡ ਦੇਰ ਇਜ਼ ਨੋ ਥਿੰਗ ਵਿਚ ਯੂ ਕੈਨ ਸੇ ਕਿ ਕੰਪੀਟੀਸ਼ਨ ਉਹ ਇੱਕ ਭਾਵਨਾ ਹੁੰਦੀ ਵੀ ਮੈਂ ਇਹਦੇ ਤੋਂ ਅੱਗੇ ਨਿਕਲਣਾ, ਤੇ ਉਹ ਭਾਵਨਾ ਨੂੰ ਤੁਸੀਂ ਇੰਗਲਿਸ਼ 'ਚ ਕੀ ਕਹੋਗੇ? ਵਾਈ ਕਮ? ਇਟਸ ਜਸਟ ਕਿ ਇੱਕ ਫਰੇਜ਼ ਬਣਾਇਆ ਹੋਇਆ ਹੈ, ਇੱਕ ਹਥਿਆਰ ਸੀ ਬੇਸਿਕਲੀ। ਮੈਂ ਇੱਕ ਸਟੋਰੀ ਪੜ੍ਹੀ ਸੀ ਪਿਛਲੇ ਟਾਈਮ 'ਚ ਕਿ ਬੰਦਿਆਂ ਨੂੰ ਯੁੱਧ ਤੇ ਭੇਜਤਾ ਜਾਂਦਾ ਸੀ ਤੇ ਪਿੱਛੇ ਕੁੜੀਆਂ ਨੇ ਘਰ ਸਾਹਮਣੇ ਹੁੰਦੇ ਸੀ। ਉਹਨਾਂ ਦੀ ਮੈਂ ਇੱਕ ਸਟੋਰੀ ਪੜ੍ਹੀ ਸੀ, ਇਟਸ ਨਾਟ ਮਾਈ ਪੁਆਇੰਟ ਆਫ ਵਿਊ। ਉਹਨਾਂ ਨੂੰ ਸੀ ਵੀ ਜੇ ਸਾਰੀਆਂ ਇਕੱਠੀਆਂ ਹੋ ਗਈਆਂ ਤੇ ਇਹਨਾਂ ਨੂੰ ਤਾਂ ਸਾਡੀ ਲੋੜ ਹੀ ਨਹੀਂ ਲੱਗੇਗੀ। ਬਿਲਕੁਲ। ਸੋ ਉਹਨਾਂ ਨੇ ਇੱਕ ਹਥਿਆਰ ਅਪਣਾਇਆ, ਜੈਲਸੀ ਪਾ ਦਿਓ, ਫੁੱਟ ਪਾਓ, ਰਾਜ ਕਰੋ। ਉਹ ਉਦੋਂ ਦਾ ਚੱਲਦਾ ਆ ਰਿਹਾ ਵੀ ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਬੈਟਰ ਹੋ ਜਾਵਾਂਗੇ, ਅਸੀਂ ਤਾਂ ਦ ਗਰਲ ਇਜ਼ ਕੌਨਸਟੈਂਟਲੀ ਟਰਾਈਂਗ ਟੂ ਪ੍ਰੂਵ ਦੀ ਵਰਲਡ ਐਂਡ ਹਰ ਮੈਨ ਆਲਸੋ ਕਿ ਮੈਂ ਵਧੀਆ। ਤੇ ਉਹ ਕੰਪੀਟੀਸ਼ਨ ਨੂੰ ਜੈਲਸੀ ਕਹਿਤਾ। ਬਿਲਕੁਲ। ਵਿਚ ਇਜ਼ ਰੋਂਗ ਵਰਡਸ ਟੂ ਯੂਜ਼। ਸਮ ਟਾਈਮ ਇਟ ਇਜ਼ ਕੰਪੀਟੀਟਿਵ ਐਂਡ ਜੈਲਸੀ ਇਹ ਨਹੀਂ ਕਿ ਨਹੀਂ ਹੁੰਦੀ ਹੈ, ਬਟ ਉਹ ਕਿਉਂ ਹੁੰਦੀ ਉਹਦਾ ਰੀਜ਼ਨ ਇਹੀ ਹੈ ਕਿ ਸਾਨੂੰ ਆਪਣੀ ਥਾਂ ਬਣਾਉਣ ਲਈ ਆਲਰੇਡੀ ਇੰਨੀ ਮਿਹਨਤ ਕਰਨੀ ਪਈ ਹੁੰਦੀ ਹੈ ਕਿ ਇੰਨੀ ਈਜ਼ੀਲੀ ਉਹ ਕਿਸੇ ਹੋਰ ਨੂੰ ਨਹੀਂ ਦਿੱਤੀ ਜਾ ਸਕਦੀ। ਬਿਲਕੁਲ। ਸੋ ਉਹ ਚੀਜ਼ਾਂ ਕਿੱਥੋਂ ਇਵੋਲਵ ਹੋ ਰਹੀਆਂ, ਗੈਟ ਟੂ ਦ ਪੁਆਇੰਟ ਆਫ ਦੈਟ। ਇਟਸ ਨਾਟ ਕਿ ਬੰਦੇ ਜੈਲਸ ਨਹੀਂ ਕਰਦੇ। ਜੇ ਤੁਸੀਂ ਇਹ ਕਹੋਗੇ ਤਾਂ ਇਹ ਗਲਤ ਹੋਏਗਾ। ਬੰਦੇ ਬਹੁਤ ਜੈਲਸ ਕਰਦੇ, ਮੈਂ ਆਪ ਵੇਖੇ ਬੰਦੇ ਆਪਸ 'ਚ ਜੈਲਸ ਕਰਦੇ। ਜੀ ਸੋਸਾਇਟੀ 'ਚ ਪਰ ਇੱਕ ਉਹ ਸਟੀਰੀਓਟਾਈਪ ਬਣ ਜਾਂਦਾ ਨਾ। ਰਾਜਦੀਪ ਮੈਮ, ਤੁਸੀਂ ਮੀਡੀਆ 'ਚ ਵੀ ਕੰਮ ਕੀਤਾ ਹੈ, ਰੇਡੀਓ ਪ੍ਰੈਜ਼ੈਂਟਰ ਰਹੇ ਹੋ, ਰਾਈਟ, ਚੈਨਲ 'ਚ ਵੀ ਕੰਮ ਕੀਤਾ ਹੈ। ਸੋ ਇੱਧਰੋਂ ਇੱਧਰ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ? ਬਹੁਤ ਸੋਹਣਾ ਸਫ਼ਰ ਸੀ। ਮੈਂ ਬਹੁਤ ਉਡੀਕ ਕੀਤੀ ਹੈ ਇਸ ਕੁਰਸੀ 'ਤੇ ਬੈਠਣ ਦੀ। ਉਸ ਕੁਰਸੀ ਤੋਂ ਇਸ ਕੁਰਸੀ ਤੱਕ ਉਹ ਕੁਰਸੀ ਵਿੱਚ ਆ ਗਈ। ਉਹਦਾ ਪਲਾਨ ਨਹੀਂ ਸੀ, ਉਹ ਵਿੱਚ ਆ ਗਈ, ਬਟ ਉਹ ਕੁਰਸੀ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ ਹੈ। ਅਤੇ ਪਰ ਇੰਨਾ ਸੋਹਣਾ ਸਫ਼ਰ ਮੈਨੂੰ ਉਹ ਕੁਰਸੀ 'ਤੇ ਬੈਠਣ, ਦੇਖੋ ਜਵਾਬ ਹਰ ਕੋਈ ਦੇ ਸਕਦਾ, ਸਵਾਲ ਪੁੱਛਣ ਦਾ ਜਿਹੜਾ ਹੱਕ ਹੁੰਦਾ ਹੈ ਨਾ, ਹੁਣ ਐਟ ਦ ਮੋਮੈਂਟ ਤੁਸੀਂ ਇੰਚਾਰਜ ਹੋ, ਤੁਹਾਡਾ ਕੰਟਰੋਲ ਹੈ, ਅਸੀਂ ਤੁਹਾਨੂੰ ਜਵਾਬ ਦੇ ਰਹੇ ਹਾਂ। ਸੋ ਉਹ ਚੀਜ਼ ਵੀ ਇੱਕ ਬਹੁਤ ਖੂਬਸੂਰਤ ਚੀਜ਼ ਹੈ। ਮੈਂ ਬਹੁਤ ਕੁਝ ਸਿੱਖਿਆ ਹੈ, ਅਤੇ ਪਰ ਮੈਂ ਕੁਰਸੀ ਦੀ ਬਹੁਤ ਉਡੀਕ ਕੀਤੀ ਹੈ। ਸੋ ਮੈਂ ਤਾਂ ਇਹਨੂੰ ਬਸ ਮੱਥਾ ਹੀ ਟੇਕਾਂਗੀ ਕਿ ਥੈਂਕ ਗੋਡ ਆਮ ਹੀਅਰ। ਇਹ ਕੁਰਸੀ ਬ੍ਰਿਜ ਬਣੀ ਆ ਸਕਸੈਸ? ਹਾਂ, ਬ੍ਰਿਜ ਬਣੀ ਹੈ। ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਬਹੁਤ ਆਰਟਿਸਟਾਂ ਨੂੰ ਮਿਲੀ ਹਾਂ, ਬਹੁਤ ਸਾਰੇ ਡਾਇਰੈਕਟਰਸ ਨੂੰ ਮਿਲੀ ਹਾਂ। ਮੇਰਾ ਪੁਆਇੰਟ ਆਫ ਕੰਟੈਕਟ ਸ਼ਾਇਦ ਇਹ ਰਿਹਾ ਹੈ ਕਿ ਮੈਂ ਇੰਨੇ ਸਮੂਥਲੀ ਐਂਟਰੀ ਲੈ ਸਕੀ ਹਾਂ। ਸੋ ਮੈਂ ਬਹੁਤ ਗ੍ਰੇਟਫੁਲ ਹਾਂ। ਤਾਨੀਆ ਮੈਮ, ਜੇ ਤੁਹਾਡੀ ਜਰਨੀ ਜਿਹੜੀ ਹੈ ਬਹੁਤ ਇੰਸਪਾਇਰਿੰਗ ਆ, ਇੱਕ ਵੱਖਰੇ ਬੈਕਗਰਾਊਂਡ ਤੋਂ ਇੱਕ ਹੋਰ ਫੀਲਡ ਦੇ ਵਿੱਚ ਆਉਣਾ, ਇੰਨੀ ਮਿਹਨਤ ਕਰਨੀ ਅਤੇ ਡਾਂਸ ਦੇ ਵਿੱਚ ਵੀ ਇੰਨਾ ਮਤਲਬ ਗ੍ਰੇਟਲੀ ਕੰਮ ਕਰਨਾ। ਸੋ ਜੇ ਤੁਹਾਨੂੰ ਚਾਂਸ ਮਿਲੇ ਅਨਦਰ ਵੀਮਨਸ ਨੂੰ ਸਪੋਰਟ ਕਰਨ ਦਾ, ਸੋ ਤੁਸੀਂ ਕਿਵੇਂ ਉਸ ਚੀਜ਼ ਨੂੰ ਅਪਣਾਓਗੇ, ਕਿਵੇਂ ਹੈਲਪ ਕਰੋਗੇ, ਕੀ ਫੈਕਟਰਸ ਦੇ ਨਾਲ?
ਮੈਂ ਆਲਰੇਡੀ ਕਰਦੀ ਹਾਂ, ਮੈਂ ਬਹੁਤ ਵਿਮਨ ਸਪੋਰਟ ਕਰਦੀ ਹਾਂ ਜੀ ਐਂਡ ਮੇਰੀ ਜਰਨੀ ਤਾਂ ਬਹੁਤ ਹਾਰਡ ਰਹੀ ਹੈ। ਇਟ ਵਾਸ ਨੈਵਰ ਸਮੂਥ। ਤੁਸੀਂ ਵੇਖਿਆ ਹੀ ਹੈ, ਬਹੁਤ ਛੋਟੇ ਤੋਂ ਐਂਡ ਬਹੁਤ ਸਾਈਡ ਬਾਈ ਕਿਤੇ ਰੂਲ ਤੋਂ ਮੈਂ ਸਟਾਰਟ ਕੀਤਾ ਸੀ ਐਂਡ ਇਟ ਟੁਕ ਮੀ ਸੋ ਮੈਨੀ ਇਅਰਸ ਟੂ ਬੀ ਵੇਅਰ ਆਈ ਐਮ ਟੁਡੇ। ਆਮ ਨਾਟ ਸੇਇੰਗ ਕਿ ਮੈਂ ਬਹੁਤ ਵੱਡੀ ਹੋ ਗਈ, ਬਟ ਮੈਂ ਜਿੱਥੇ ਵੀ ਹਾਂ ਇੱਥੋਂ ਤੱਕ ਆਉਣ ਲਈ ਵੀ ਬਹੁਤ ਸਫ਼ਰ ਤੈਅ ਕਰਨਾ ਪਿਆ। ਤੇ ਮੈਂ ਆਈ ਮੇਕ ਸ਼ੋਰ ਕਿ ਜੋ ਚੀਜ਼ਾਂ ਮੇਰੇ ਨਾਲ ਹੋਈਆਂ, ਜੋ ਮੈਨੂੰ ਬਹੁਤ ਬੁਰੀਆਂ ਲੱਗੀਆਂ, ਉਹ ਮੈਂ ਆਪਣੇ ਅੱਗੇ ਕਿਸੇ ਨਾਲ ਨਹੀਂ ਕਰਦੀ। ਕਿ ਜੋ ਚੀਜ਼ ਮੈਂ ਸਫਰ ਕੀਤੀ ਉਹ ਮੇਰੇ ਨਾਲ ਰਹਿਣ ਵਾਲੀਆਂ ਫੀਮੇਲਸ ਆਪਸ 'ਚ ਸਫਰ ਨਾ ਕਰਨ। ਸੋ ਦੈਟ ਇਜ਼ ਆਈ ਥਿੰਕ ਦ ਮੇਜਰ ਥਿੰਗ ਜੋ ਮੇਰੇ ਦਿਮਾਗ 'ਚ ਇਹ ਚੀਜ਼ ਹੈ। ਆਈ ਐਮ ਨੋਟ ਦੇयर ਟੂ ਇੰਟਰਪਟ ਪੀਪਲ ਬਿਨਾਂ ਵਜ੍ਹਾ। ਸੋ ਮੈਂ ਉਹ ਲੈਗੇਸੀ ਪਾਸ ਔਨ ਨਹੀਂ ਕਰਦੀ। ਮੈਂ ਤੰਗ ਹੋਈ ਹਾਂ, ਮੇਰੇ ਤੱਕ ਰਹਿ, ਉਹ ਮੇਰੇ ਤੱਕ ਰਹਿ ਜਾਓ, ਮੈਂ ਆਪਣੇ ਅੱਗੇ ਨਹੀਂ ਕਰਦੀ। ਸੋ ਆਈ ਥਿੰਕ ਇਟਸ ਦ ਬੈਸਟ ਥਿੰਗ ਕਿ ਅਸੀਂ ਬੈਰੀਅਰ ਬਣ ਜਾਈਏ, ਉਹ ਪ੍ਰੋਬਲਮ ਅੱਗੇ ਨਾ ਜਾਏ। ਜੀ ਆਪਣਾ ਮਤਲਬ ਜਿਹੜੀ ਫਰਸਟ੍ਰੇਸ਼ਨ ਅੱਗੇ ਨਾ ਕੱਢੀਏ। ਬਿਲਕੁਲ ਆਪਣੀ ਫਰਸਟ੍ਰੇਸ਼ਨ ਹੀ ਲੈਗੇਸੀ ਕੰਟੀਨਿਊ ਨਾ ਕਰੀਏ ਕਿ ਫੋਰ ਐਗਜ਼ਾਮਪਲ ਕਈ ਸੱਸਾਂ ਕੀ ਕਰਦੀਆਂ, ਮੇਰੀ ਸੱਸ ਨੇ ਮੈਨੂੰ ਇੰਨਾ ਮਾੜਾ ਟਰੀਟ ਕੀਤਾ ਸੀ, ਮੈਂ ਵੀ ਆਪਦੀ ਨੂੰਹ ਨੂੰ ਮਾੜਾ ਟਰੀਟ ਕਰੂੰਗੀ। ਵਾਈ? ਇੱਕ ਜਣਾ ਹੋ ਗਿਆ ਨਾ ਸਫਰ। ਮੇਕ ਸ਼ੋਰ ਤੁਸੀਂ ਅਗਲੇ ਤੱਕ ਉਹ ਸਫਰ ਨਹੀਂ ਪਹੁੰਚਣ ਦਿਓ। ਜੇ ਤੁਸੀਂ ਵੀ ਲੈਗੇਸੀ ਕੰਟੀਨਿਊ ਕਰ ਰਹੇ ਹੋ ਦੈਨ ਵਾਟ ਇਜ਼ ਦ ਫਨ ਆਫ ਦ ਵਰਲਡ। ਬਿਲਕੁਲ। ਰਾਜਦੀਪ ਮੈਮ ਤੁਸੀਂ ਓਵਰਸੀਜ਼ ਰਹਿੰਦੇ ਹੋ, ਤੁਸੀਂ ਕੀ ਚੀਜ਼ਾਂ ਅਬਜ਼ਰਵ ਕੀਤੀਆਂ ਨੇ ਜੋ ਉੱਥੇ ਵਿਮਨ ਲਈ ਸੌਖੀਆਂ ਨੇ ਇੱਥੇ ਨਹੀਂ ਹੈਗੀਆਂ, ਤੇ ਕੀ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਇੱਥੇ ਚੇਂਜ ਕਰਨੀਆਂ ਚਾਹੀਦੀਆਂ ਨੇ? ਮੈਨੂੰ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਹੈ ਅਨਸੇਫ, ਦਿੱਲੀ ਦੇ ਵਿੱਚ ਬਹੁਤ ਅਨਸੇਫ ਹੈ। ਬੋਂਬੇ ਮੈਂ ਗਈ ਸੀਗੀ ਜਸਟ 5-6 ਦਿਨਾਂ ਲਈ, ਅਤੇ ਮੈਂ ਪਹਿਲੀ ਵਾਰ ਮੇਰੀ ਬੋਂਬੇ ਦੀ ਟ੍ਰਿਪ ਸੀਗੀ। ਐਂਡ ਵੈਨ ਆਈ ਵੈਂਟ, ਆਈ ਸਵੇਅਰ ਟੂ ਗੋਡ, ਉੱਥੇ ਤਾਂ ਯੂਕੇ ਤੋਂ ਵੀ ਓਪਨ ਕੰਮ ਹੈ, ਉੱਥੇ ਤਾਂ ਬਹੁਤ ਸੇਫ ਹੈ। ਬਟ ਹਾਂਜੀ ਇਹ ਜ਼ਰੂਰ ਹੈ ਕਿ ਮੈਂ ਇੱਕ ਦੋ ਚੀਜ਼ਾਂ ਨੋਟਿਸ ਕੀਤੀਆਂ ਨੇ। ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਹੈ ਉਹ ਰੋਕ ਟੋਕ ਅਤੇ ਕੱਪੜਿਆਂ 'ਤੇ ਬਹੁਤ ਜੱਜਮੈਂਟ ਕੀਤੀ ਜਾਂਦੀ ਹੈ। ਇੱਥੇ ਕੰਮ ਨੂੰ ਲੈ ਕੇ ਬਹੁਤ ਜੱਜਮੈਂਟ ਕੀਤੀ ਜਾਂਦੀ ਹੈ। ਜੇ ਕੁੜੀ ਥੋੜ੍ਹੀ ਜ਼ਿਆਦਾ ਬੁਲੱਕੜ ਹੈ, ਬੋਲਦੀ ਜ਼ਿਆਦਾ ਹੈ, ਤਾਂ ਉਹਨੂੰ ਕਹਿੰਦੇ ਨੇ ਕਿ ਇਹ ਤਾਂ ਚਲਾਕ ਹੈ, ਇਹ ਹੈ ਵੋ ਹੈ। ਇਹ ਚੀਜ਼ਾਂ ਬਹੁਤ ਨੇ। ਸੋ ਇੱਥੇ ਸ਼ਾਇਦ ਇੱਕ ਥੋੜ੍ਹੀ ਜਿਹੀ ਫਰੀਡਮ ਦੀ ਪ੍ਰੋਬਲਮ ਹੈ। ਮੈਨੂੰ ਹੁਣੀ ਰੀਸੈਂਟਲੀ ਪਤਾ ਲੱਗਾ ਕਿ ਐਕਚੁਅਲੀ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ। ਓਬਵੀਅਸਲੀ ਮੈਂ ਸੁਣੀ ਹੋਈ ਹੈ ਗੱਲ ਕਿ ਉਹ ਬਹੁਤ ਵੱਡਾ ਕੇਸ ਆਇਆ ਸੀਗਾ, ਤਾਂ ਉੱਥੇ ਉਹ ਇੱਕ ਵਨਸ ਇਨ ਅ ਵਾਈਲ ਇੰਸੀਡੈਂਟ ਮੈਨੂੰ ਲੱਗਾ ਕਿ ਹੋਊਗਾ, ਬਟ ਐਕਚੁਅਲੀ ਇਟਸ ਵੈਰੀ ਕਾਮਨ। ਸੋ ਇਹ ਚੀਜ਼ ਦਾ ਮੈਨੂੰ ਪਹਿਲਾਂ ਨਹੀਂ ਸੀ ਪਤਾ, ਵਿਚ ਇਜ਼ ਇਹ ਵੱਡੀਆਂ ਡਿਫਰੈਂਸਿਸ ਨੇ। ਆਈ ਥਿੰਕ ਦੈਟਸ ਦ ਬਿਗ ਥਿੰਗ। ਆਈ ਰੀਲੀ ਹੋਪ ਕਿ ਚੇਂਜ ਆਵੇ। ਤਾਨੀਆ ਮੈਮ, ਜੇ ਤੁਹਾਨੂੰ ਪੰਜਾਬ ਦੇ ਸਿਸਟਮ ਦਾ ਪਾਰਟ ਬਣਨ ਦਾ ਮੌਕਾ ਮਿਲੇ, ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਵਿਮਨਸ ਵਾਸਤੇ ਚੇਂਜ ਕਰਨੀਆਂ ਚਾਹੋਗੇ? ਮੈਂ ਐਜੂਕੇਸ਼ਨ ਕੰਪਲਸਰੀ ਕਰ ਦੂੰਗੀ ਹਰ ਕੁੜੀ ਲਈ। ਰੋ ਕੇ ਜਾਓ, ਹੱਸ ਕੇ ਜਾਓ, ਸਕੂਲ ਤਾਂ ਜਾਣਾ ਹੀ ਪੈਣਾ। ਐਂਡ ਫ੍ਰੀ ਕਰ ਦੂੰਗੀ, ਜੋ ਆਈ ਥਿੰਕ ਹੁਣ ਹੈ ਵੀ ਬਹੁਤ ਹੱਦ ਤੱਕ। ਇੱਕ ਮੈਂ ਕੰਪਲਸਰੀ ਕਰ ਦੂੰਗੀ, ਆਈ ਮੇਕ ਅ ਲੋਟ ਕਿ ਜਿਹੜੀਆਂ ਕੁੜੀਆਂ ਚਾਹੁੰਦੀਆਂ ਕੰਮ ਕਰਨਾ ਤੇ ਉਹ ਕੰਮ ਕਰ ਸਕਣ ਵਿਦਆਊਟ ਐਨੀ ਬੈਰੀਅਰ। ਉਹਨਾਂ ਨੂੰ ਸਿਰਫ ਆਪਣੀ ਕੰਸੈਂਟ ਚਾਹੀਦੀ ਹੈ, ਮੈਂ ਕੰਮ ਕਰਨਾ ਚਾਹੁੰਦੀ ਹਾਂ, ਘਰੋਂ ਨਹੀਂ ਕਿਸੇ ਦੀ ਕੰਸੈਂਟ ਲੈਣੀ ਪਏ। ਕਿਉਂਕਿ ਕਈ ਕੁੜੀਆਂ ਕੰਮ ਕਰਨਾ ਚਾਹੁੰਦੀਆਂ, ਉਹ ਇੰਡੀਪੈਂਡੈਂਟ ਵੀ ਹੋਣਾ ਚਾਹੁੰਦੀਆਂ, ਬਿਲਕੁਲ, ਪਰ ਉਹਨਾਂ ਨੂੰ ਜਾਣ ਹੀ ਨਹੀਂ ਦਿੱਤਾ ਜਾਂਦਾ, ਵੀ ਮਾੜਾ ਸਮਝਿਆ ਜਾਂਦਾ। ਅੱਜ ਵੀ ਕਈ ਪਾਰਟਸ ਦੇ ਵਿੱਚ ਮੈਂ ਹੈਰਾਨ ਹਾਂ ਕਿ ਜਦੋਂ ਰਿਸ਼ਤਾ ਕਰਨ ਜਾਂਦੇ ਆ ਤੇ ਉਦੋਂ ਪੁੱਛਦੇ ਵੀ ਨਹੀਂ ਸਾਨੂੰ ਨੌਕਰੀ ਵਾਲੀ ਕੁੜੀ ਨਹੀਂ ਚਾਹੀਦੀ। ਹਾਂ ਜੇ ਚਾਹੀਦੀ ਹੈ ਤਾਂ ਦਿਨ ਚ ਆ ਜਾਏ। ਕਿਹੜੀ ਦੁਨੀਆ 'ਚ ਇਹ ਚੀਜ਼ ਚੱਲ ਰਹੀ ਹੈ ਵੀ ਨਹੀਂ ਜੌਬ ਵਾਲੀ ਨਹੀਂ ਚਾਹੀਦੀ ਕਿ ਉਹ ਵਿਗੜੀ ਹੋਏਗੀ। ਹਾਊ ਕੈਨ ਯੂ ਅਸ਼ੋਰ ਜਿਹੜੀ ਘਰ ਰਹਿੰਦੀ ਉਹ ਸੁਧਰੀ ਹੋਏਗੀ? ਐਗਜ਼ੈਕਟਲੀ, ਜਿਹੜੀ ਛੋਟੇ ਕੱਪੜੇ ਪਾਉਂਦੀ ਉਹ ਵਿਗੜੀ ਹੋਏਗੀ, ਜਿਹੜੀ ਪੂਰੇ ਪਾਉਂਦੀ ਉਹ ਨਹੀਂ। ਸੋ ਮੈਂ ਇਹ ਚੀਜ਼ ਕਰ ਦੂੰਗੀ ਕਿ ਇਫ ਯੂ ਵਾਂਟ ਟੂ ਵਰਕ ਤੇ ਤੁਸੀਂ ਕੰਮ ਕਰ ਸਕਦੇ ਹੋ, ਫਿਰ ਤੁਹਾਡੇ ਤੇ ਰੋਕ ਨਹੀਂ ਕੋਈ ਲਾ ਸਕਦਾ। ਬਿਕਾਜ਼ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜੋ ਚਾਹੁੰਦੇ ਨੇ ਬਾਹਰ ਜਾਣਾ, ਐਕਸਪਲੋਰ ਕਰਨਾ, ਕੰਮ ਕਰਨਾ, ਪੈਸੇ ਕਮਾਉਣਾ, ਨਾਮ ਬਣਾਉਣਾ, ਪਰ ਉਹ ਨਹੀਂ ਕਰ ਪਾਉਂਦੇ ਬਿਕਾਜ਼ ਉਹਨਾਂ ਤੇ ਬੈਰੀਅਰ ਲਗਾ ਦਿੱਤਾ ਜਾਂਦਾ। ਤੁਹਾਡੀ ਨਜ਼ਰ ਦੇ ਵਿੱਚ ਸਕਸੈਸਫੁਲ ਵਿਮਨ ਦੇ ਫੈਕਟਰਸ ਕਿਹੜੇ-ਕਿਹੜੇ ਨੇ? ਸਕਸੈਸਫੁਲ ਵੂਮਨ ਇੱਕ ਉਹੀ ਹੈ ਜਿਹੜੀ ਬਹੁਤ ਸਿਕਿਉਰ ਹੈ ਆਪਣੇ ਆਪ ਦੇ ਵਿੱਚ, ਉਹਨੂੰ ਆਪਣੇ ਆਪ ਦੀ ਬੋਡੀ ਦੇ ਵਿੱਚ ਬਹੁਤ ਕੰਫਰਟ ਲੱਭਦੀ ਹੈ। ਐਂਡ ਐਜ਼ ਵੈਲ ਐਜ਼ ਦਿਸ ਜਿਹੜੀ ਇੱਕ ਹੋਰ ਕੁੜੀ ਨੂੰ, ਹੋਰ ਔਰਤ ਨੂੰ ਲਿਫਟ ਕਰਦੀ ਹੈ, ਉਹ ਇੱਕ ਸਭ ਤੋਂ ਵਧੀਆ ਅਤੇ ਸੁਲਝੀ ਹੋਈ ਔਰਤ ਹੁੰਦੀ ਹੈ। ਸੋ ਮੇਰੇ ਲਈ ਆਈ ਥਿੰਕ ਉਹ ਬੈਸਟ ਹੈ। ਐਂਡ ਓਬਵੀਅਸਲੀ ਇੱਕ ਜਦੋਂ ਆਪਾਂ ਦੇਖਦੇ ਹਾਂ ਲਾਈਕ ਸਾਡੇ ਮਦਰਸ ਜਿਹੜੀਆਂ ਹੁੰਦੀਆਂ ਨੇ, ਉਹ ਬਹੁਤ ਵੱਡਾ ਐਗਜ਼ਾਮਪਲ ਹੈ। ਜਿਹੜੇ ਦੋਨੇ ਹੀ ਘਰ ਇੰਨਾ ਵਧੀਆ ਤਰੀਕੇ ਦੇ ਨਾਲ ਸਾਂਭਦੀਆਂ ਨੇ, ਕੰਮ ਵੀ ਕਰਦੀਆਂ ਨੇ, ਆਪਣਾ ਪਹਿਲਾ ਘਰ ਵੀ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਸਾਂਭਿਆ, ਉਹਦਾ ਦੂਜਾ ਘਰ ਜਾ ਕੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਾਂਭਦੀਆਂ, ਬੱਚੇ ਵੀ ਸਾਂਭਦੀਆਂ, ਇਹ ਵੀ ਕਰਦੀਆਂ, ਉਹ ਵੀ ਕਰਦੀਆਂ। ਸੋ ਵੀ ਆਈ ਥਿੰਕ ਇੱਕ ਬੈਸਟ ਐਗਜ਼ਾਮਪਲ ਹੈ। ਮਦਰ ਇਜ਼ ਦ ਬੈਸਟ ਐਗਜ਼ਾਮਪਲ ਆਫ ਅ ਔਰਤ। ਆਖਰੀ ਸਵਾਲ ਮੇਰਾ ਤੁਹਾਨੂੰ ਦੋਹਾਂ ਨੂੰ ਰਹੇਗਾ। ਤਾਨੀਆ ਮੈਮ, ਜਿਵੇਂ ਆਪਣੀ ਸੁਸਾਇਟੀ ਦੇ ਵਿੱਚ ਵੇਖਦੇ ਹਾਂ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਬਿਊਟੀ ਟੈਸਟ ਹੁੰਦੇ ਆ ਕੁੜੀਆਂ ਦੇ, ਜੇ ਮੋਟੀ ਹੈ ਤੇ ਘੱਟ ਸੋਹਣੀ ਹੈ, ਜੇ ਸਾਂਵਲੀ ਹੈ ਤਾਂ ਘੱਟ ਸੋਹਣੀ ਹੈ, ਇਹਦੀ ਹਾਈਟ ਛੋਟੀ ਹੈ, ਥੋੜ੍ਹੀ ਜਿਹੀ ਲੰਬੀ ਹੁੰਦੀ ਤਾਂ ਸੋਹਣੀ ਲੱਗਦੀ। ਜੀ, ਇਹਨਾਂ ਬਿਊਟੀ ਟੈਸਟ ਨੂੰ ਕਿਵੇਂ ਦੇਖਦੇ ਹੋ? ਇਹਨਾਂ ਬਿਊਟੀ ਟੈਸਟ ਨੂੰ ਮੈਨੂੰ ਲੱਗਦਾ ਦੁਨੀਆ ਜੋ ਕਰਦੀ ਕਰੇ,
ਆਪਦੇ ਆਪ ਤੇ ਭਰੋਸਾ ਰੱਖੋ। ਸਿੰਸ ਡੇ 1 ਮੈਂ ਇੱਕ ਚੀਜ਼ ਬੜੀ ਸਪੈਸੀਫਿਕਲੀ ਕਹਿਣਾ ਚਾਹੁੰਦੀ ਹਾਂ ਕਿ ਜੋ ਅਸੀਂ ਪੈਦਾ ਹੋਏ ਹਾਂ ਉਹ ਸਾਡੇ ਹੱਥ ਹੈ ਹੀ ਨਹੀਂ, ਜਿਹਨੂੰ ਅਸੀਂ ਜੱਜ ਕਰ ਰਹੇ ਹਾਂ। ਉਹ ਕੁਦਰਤ ਵੱਲੋਂ ਜੋ ਰੱਬ ਨੇ ਬਣਾ ਕੇ ਸਾਨੂੰ ਕੱਢਤਾ, ਅਸੀਂ ਉਹ ਹਾਂ ਜੋ ਰੱਬ ਦੀ ਬਣਾਵਟ ਹੈ। ਅਸੀਂ ਕਿਸੇ ਨੂੰ ਨਹੀਂ ਕਹਿ ਰਹੇ ਤੂੰ ਮਾੜਾ, ਅਸੀਂ ਉਹਨੂੰ ਕਹਿ ਰਹੇ ਵੀ ਤੂੰ ਗਲਤ ਬਣਾਤਾ। ਐਂਡ ਹੂ ਆਰ ਵੀ ਟੂ ਟੈਲ ਗੋਡ ਕਿ ਤੂੰ ਗਲਤ ਪ੍ਰਾਣੀ ਬਣਾਤਾ। ਬਿਲਕੁਲ। ਜਿਹੜੀ ਚੀਜ਼ ਤੇ ਫੋਕਸ ਕਰਨ ਵਾਲਾ ਹੈ ਕਿ ਹਾਊ ਇਜ਼ ਦਾ ਪਰਸਨਸ ਕੈਰੈਕਟਰ, ਉਹ ਪਰਸਨ ਨੇ ਪੜ੍ਹਾਈ ਲਿਖਾਈ ਕੀਤੀ ਕਿ ਨਹੀਂ ਕੀਤੀ, ਉਹ ਕੰਮ ਤੇ ਜਾ ਕੇ ਪੈਸੇ ਕਮਾ ਰਿਹਾ ਕਿ ਨਹੀਂ ਪਰਿਵਾਰ ਲਈ, ਉਹ ਮਾਪਿਓ ਸਾਂਭ ਰਿਹਾ ਕਿ ਨਹੀਂ ਸਾਂਭ ਰਿਹਾ, ਉਹ ਸੋਸਾਇਟੀ ਦੀ ਪ੍ਰੋਗਰੈਸ ਲਈ ਕੀ ਕਰ ਰਿਹਾ, ਉਹ ਚੀਜ਼ਾਂ ਤੇ ਕੋਈ ਉਂਗਲ ਨਹੀਂ ਚੱਕਦਾ। ਚੁੱਕਣਗੇ ਹਾਏ ਇਹ ਤੋਂ ਲੰਬੀ ਹੈ, ਹਾਏ ਇਹ ਤੋਂ ਛੋਟੀ ਹੈ, ਹਾਏ ਇਹਦਾ ਰੰਗ ਕਾਲਾ, ਹਾਏ ਇਹਦਾ ਰੰਗ ਗੋਰਾ, ਜੋ ਸਾਡੇ ਹੱਥ ਵਸੀ ਹੈ ਨਹੀਂ। ਸੋ ਦੈਟਸ ਆਲ ਵੇਸਟੇਜ। ਆਪਣੇ ਆਪ ਉੱਤੇ ਭਰੋਸਾ ਕਰੋ, ਜਿਵੇਂ ਦੇ ਵੀ ਤੁਸੀਂ ਹੋ ਰੱਬ ਨੇ ਬਣਾਇਆ, ਸਾਡਾ ਇਹਦੇ 'ਚ ਕੋਈ ਹੱਥ ਨਹੀਂ ਸੀ। ਹਾਂ ਤੁਹਾਡਾ ਕਰੈਕਟਰ ਖਰਾਬ ਹੋ ਰਿਹਾ, ਤੁਸੀਂ ਪੜ੍ਹਾਈ ਤੇ ਧਿਆਨ ਨਹੀਂ ਦੇ ਰਹੇ, ਤੁਸੀਂ ਸੈਟਲ ਨਹੀਂ ਹੋ ਰਹੇ, ਪੈਸੇ ਨਹੀਂ ਕਮਾ ਰਹੇ, ਘਰ ਨਹੀਂ ਸਾਂਭ ਰਹੇ, ਵੱਡਾ ਬੰਦਾ ਬਣਨ ਦੀ ਸੋਚ ਨਹੀਂ ਰਹੇ, ਉਹ ਫਾਲਟ ਹੈ। ਉਹ ਅਸੀਂ ਕਰੈਕਟ ਕਰ ਸਕਦੇ ਹਾਂ, ਅਸੀਂ ਉਹਦੇ ਤੇ ਧਿਆਨ ਦਈਏ ਰੈਦਰ ਦੈਨ ਜਸਟ ਥਿੰਕਿੰਗ ਕਿ ਹਾਏ ਮੇਰੀ ਹਾਈਟ ਛੋਟੀ ਰਹਿ ਗਈ, ਹਾਏ ਮੇਰੀ ਹਾਈਟ ਲੰਬੀ ਹੋ ਗਈ, ਹਾਏ ਮੈਨੂੰ ਰੰਗ ਕਾਲਾ ਮਿਲ ਗਿਆ, ਹਾਏ ਮੈਨੂੰ ਰੰਗ ਦੇयर इज नो ਫਨ ਟੂ ਆਲ ਆਫ ਦਿਸ। ਐਂਡ ਜੇ ਕੋਈ ਤੁਹਾਨੂੰ ਆ ਕੇ ਕਹਿ ਵੀ ਰਿਹਾ ਨਾ, ਇਗਨੋਰ ਇਟ। ਉਹ ਚੀਜ਼ਾਂ ਦਿਲ ਤੇ ਲਾਉਣ ਵਾਲੀਆਂ ਨਹੀਂ ਗਿਆ। ਦਿਲ ਤੇ ਉਹ ਲਾਓ ਜਿਹੜਾ ਬੰਦਾ ਕਹਿ ਰਿਹਾ ਵੀ ਤੂੰ ਪੜ੍ਹਾਈ ਕਰ ਲੈਣੀ ਸੀ, ਕੋਈ ਸੋਸਾਇਟੀ ਨੂੰ ਸਵਾਰਨ 'ਚ ਕੋਈ 4 ਪੈਸੇ ਕਮਾ ਲੈਣੇ ਸੀ ਜਾਂ ਹੈਲਪ ਆਊਟ ਕਰ, ਉਹ ਚੀਜ਼ ਤਾਂ ਤੋਂ ਟੱਕਦੀ ਹੈ। ਸੋ ਇਟ ਇਜ਼ ਆਲ ਅਬਾਊਟ ਵਾਟ ਵੀ ਟੇਕ ਰੋਂਗ, ਡੋਂਟ ਟੇਕ ਇਟ। ਤੁਹਾਨੂੰ ਕੋਈ ਕੁਛ ਕਹਿ ਰਿਹਾ ਤੁਹਾਡੇ ਸਰੀਰ ਬਾਰੇ, ਅਨਲੈਸ ਅੰਟਿਲ ਇਟ ਇਜ਼ ਇੰਪੋਰਟੈਂਟ, ਹਾਈਜੀਨ ਰਹਿਣਾ ਇੰਪੋਰਟੈਂਟ ਹੈ। ਕੋਈ ਤੁਹਾਨੂੰ ਕਹਿ ਰਿਹਾ ਕਿ ਯੂ ਆਰ ਸਟਿੰਕਿੰਗ, ਨਾ ਕਿਹਾ ਤਾਂ ਦੈਟਸ ਅਨਦਰ ਸਿਨੈਰੀਓ। ਇਹ ਨਹੀਂ ਕਿ ਬੋਲੀ ਜਾ। that improvement is important. If somebody is telling you कि तुम मोटा हो रहे हैं, workout करके पतला हो जा, it will be good for your health because it can cause your death threat जे cholesterol ਵੱਧ ਗਿਆ। that's another scenario. I'm not talking about that. But I'm talking about ਕਿ ਜੱਜ ਉਹ ਚੀਜ਼ਾਂ ਕਰੋ ਜੋ ਸਾਡੇ ਹੱਥ 'ਚ ਹੈਗੀਆਂ ਸੀ and ਅਸੀਂ ਨਹੀਂ ਸਵਾਰੀਆਂ ਜੀ। ਕੁਦਰਤ ਦੇ ਦਿੱਤੇ ਸਰੀਰ ਨੂੰ ਨਿੰਦੇ ਜਾਣਾ ਐਂਡ ਉਹ ਕਿਸੇ ਹੋਰ ਦੀ ਨਿੰਦਾ ਆਪਣੇ ਅੰਦਰ ਲੈ ਲੈਣੀ is waste of time, waste of energy. So what's your call on beauty test? I think Tanya has given a very good overview. मैं add on ਤਾਂ ਹੁਣ ਕੀ ਕਰਾਂ ਇਹਦੇ ਤੇ, but yeah, I think let's just not preach about it. ਕਿਉਂ preach ਕਰੀ ਜਾਣਾ ਇਸ ਦੇ ਉੱਤੇ? ਮੇਰਾ ਰੰਗ ਥੋੜਾ ਸਾਵਲਾ ਹੈ, ਮੈਨੂੰ ਫਿਰ ਵੀ ਸਾਰੇ ਕਹਿੰਦੇ ਨੇ ਤੂੰ ਥੋੜੀ ਜਿਹੀ ਹੈ, ਰਹਿ ਗਿਆ ਨਾ ਰੰਗ ਤੇਰਾ ਥੋੜਾ ਕੱਚਾ। ਮੈਂ ਬਹੁਤ ਖੁਸ਼ ਹਾਂ, ਮੈਨੂੰ ਹੀ ਸਿਕਿਉਰਿਟੀ ਬਹੁਤ ਹੈ। ਆਈ ਐਮ ਨਾਟ ਇਨਸਿਕਿਉਰ ਐਟ ਆਲ। ਮੈਨੂੰ ਆਪਣੇ ਕਰਾਫਟ ਤੇ ਹੈ ਕਿ ਮੈਂ ਕੰਮ ਵਧੀਆ ਕਰਾਂ, ਉਹ ਮੇਨ ਗੱਲ ਹੈ। ਪੈਸੇ ਕਮਾ ਰਹੀ ਹਾਂ, ਹੋਰ ਕੀ ਚਾਹੀਦਾ? ਰੰਗ ਸਾਵਲਾ ਗੋਰਾ ਇਹਦਾ ਕੀ ਹੈ? ਸੋ ਇਹ ਚੀਜ਼ਾਂ ਤਾਂ ਸਾਰਿਆਂ ਦੀ ਆਪਣੀ ਆਪਣੀ ਪ੍ਰੈਫਰੈਂਸਿਸ ਹੈ, ਜੋ ਜਿੱਦਾਂ ਸੋਚਦਾ ਸੋਚ ਲੈਣ ਦਿਓ, ਜੱਜ ਹੀ ਨਾ ਕਰੋ ਕਿਸੇ ਨੂੰ। ਆਈ ਥਿੰਕ ਦੈਟਸ ਮਾਈ ਥਿੰਗ। ਸੋ ਥੈਂਕ ਯੂ ਸੋ ਮਚ। ਇਹ ਮੇਰਾ ਲਾਸਟ ਸਵਾਲ ਸੀ, ਬਟ ਇੱਕ ਛੋਟੀ ਜਿਹੀ ਗੇਮ ਮੇਰੇ ਕੋਲ ਤੁਹਾਡੇ ਦੋਵਾਂ ਵਾਸਤੇ ਹੈ। ਤੁਸੀਂ ਬਹੁਤ ਸਾਰੇ ਆਰਟਿਸਟ ਦੇ ਨਾਲ ਕੰਮ ਕੀਤਾ, ਤੁਸੀਂ ਬਹੁਤ ਸਾਰੇ ਆਰਟਿਸਟ ਨੂੰ ਮਿਲੇ ਹੋ, ਕੰਮ ਵੀ ਕਰਦੇ ਹੋ। ਸੋ ਮੈਂ ਆਰਟਿਸਟ ਦਾ ਨਾਮ ਬੋਲਾਂਗੀ, ਤੁਸੀਂ ਉਹਦੀ ਇੱਕ ਕੁਆਲਿਟੀ ਜਿਹੜੀ ਬਹੁਤ ਪਿਆਰੀ ਲੱਗਦੀ ਹੈ। ਠੀਕ ਹੈ, ਪਹਿਲਾ ਰਾਜਦੀਪ ਮੈਮ, ਗਿੱਪੀ ਗਰੇਵਾਲ ਸਰ। ਹਿਸ ਪ੍ਰੋਫੈਸ਼ਨਲਿਜ਼ਮ। ਤਾਨੀਆ ਨੂੰ ਐਮੀ ਵਿਰਕ। ਉਹ ਯਾਰਾਂ ਦਾ ਯਾਰ ਹੈ ਬੰਦਾ। ਉਹ ਅਮਰਿੰਦਰ ਗਿੱਲ। ਚਾਰਮਿੰਗ। ਦਿਲਜੀਤ ਦੋਸਾਂਝ। ਗੋਟ। ਕਰਨ ਔਜਲਾ। ਠੀਕ ਹੈ। ਅਮ੍ਰਿਤ ਮਾਨ। ਬੰਬੀਹਾ ਬੋਲੇ या नीरू बाजवा। legendary। सोनम बाजवा। I love her. सरगुन मेहता। Oh, I love her too. Bubbly, amazing, awesome, welcoming, 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 welcoming. राज शोकर। ਕਿਹੜੀ ਨਾਵਾਂ? Smiling. तानिया। Bubbly। ਓਕੇ, ਸੋ ਥੈਂਕ ਯੂ ਸੋ ਮਚ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਨੂੰ ਦੋਹਾਂ ਕਿਵੇਂ ਲੱਗਿਆ? ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ ਮਚ। ਤੁਸੀਂ ਇੰਨੀ ਵਧੀਆ ਥੈਂਕ ਯੂ ਸੋ ਮਚ। ਹਾਂ, ਹੁਣ ਸਾਡੇ ਦਰਸ਼ਕਾਂ ਨੂੰ ਕਹੋ ਸਾਡੀ ਫਿਲਮ ਵੇਖਿਓ। ਆਫ ਕੋਰਸ। ਸੋ 8 ਮਾਰਚ ਨੂੰ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਲੱਗ ਜਾਣੀ ਹੈ ਫਿਲਮ ਮਿੱਤਰਾਂ ਦਾ ਨਾ ਚੱਲਦਾ। ਸੋ ਥੈਂਕ ਯੂ ਸੋ ਮਚ। ਥੈਂਕ ਯੂ।